हेलो स्टूडेंट्स, लास्ट टाइम ਆਪਾਂ ਨੁਮੈਰੀਕਲ ਕੀਤੇ ਸੀਗੇ ਔਨ ਕੈਂਟੀਲੀਵਰ ਬੀਮ। ਠੀਕ ਹੈ ਜੀ, ਯੂਡੀਐਲ ਐਜ਼ ਵੈਲ ਐਜ਼ ਪੁਆਇੰਟ ਲੋਡ ਦਾ ਇਸਤੇਮਾਲ ਕੀਤਾ ਸੀਗਾ ਆਪਾਂ। ਇਸ ਵਾਰੀ ਆਪਾਂ ਇਹਦੇ ਵਿੱਚ ਸਿੰਪਲੀ ਸਪੋਰਟਡ ਬੀਮ ਦੇ ਨੁਮੈਰੀਕਲ ਕਰਾਂਗੇ। ਇਸ ਦੇ ਵਿੱਚ ਵੀ ਸੇਮ ਉਸੇ ਤਰੀਕੇ ਨਾਲ ਨੁਮੈਰੀਕਲ ਆ ਸਕਦਾ ਹੈ ਜਿਸ ਤਰ੍ਹਾਂ ਕੈਂਟੀਲੀਵਰ ਬੀਮ ਦੇ ਵਿੱਚ ਆਪਾਂ ਕੀਤਾ ਸੀਗਾ। ਪੁਆਇੰਟ ਲੋਡ ਯੂਡੀਐਲ ਦੋ ਕੱਲਾ ਵੀ ਆ ਸਕਦਾ ਅਤੇ ਮਿਕਸ ਵੀ ਆ ਸਕਦਾ ਹੈ। ਸੋ ਸਿਮਿਲਰ ਹੀ ਹੈ ਨੁਮੈਰੀਕਲ, ਜਿਸ ਤਰ੍ਹਾਂ ਆਪਾਂ ਕੈਂਟੀਲੀਵਰ ਬੀਮ ਦਾ ਕੀਤਾ ਹੈ ਉਸੇ ਤਰੀਕੇ ਨਾਲ ਇਹਦਾ ਵੀ ਨੁਮੈਰੀਕਲ ਆ। ਬਸ ਇਹਦੇ ਵਿੱਚ ਕੁਛ ਚੇਂਜਿਸ ਆ, ਉਹ ਆਪਾਂ ਦੇਖਣੇ ਆ ਕੀ ਚੇਂਜਿਸ ਹੈਗੀਆਂ। ਬਾਕੀ ਅਟੈਂਪਟ ਉਸੇ ਤਰੀਕੇ ਨਾਲ ਕਰਨਾ ਜਿਸ ਤਰ੍ਹਾਂ ਆਪਾਂ ਕੈਂਟੀਲੀਵਰ ਬੀਮ ਦਾ ਕੀਤਾ ਸੀ ਨੁਮੈਰੀਕਲ। ਠੀਕ ਹੈ ਜੀ। ਸੋ ਇਹਨੂੰ ਸਮਝਣ ਦੇ ਲਈ ਮੈਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਲਈ ਹੈ ਜਿਹਦੇ ਵਿੱਚ ਸਿਰਫ ਅਤੇ ਸਿਰਫ ਪੁਆਇੰਟ ਲੋਡ ਆ। ਉਹਦੇ ਵਿੱਚ ਉਸ ਕੇਸ ਦੇ ਵਿੱਚ ਆਪਾਂ ਦੇਖਦੇ ਹਾਂ ਇਹ ਨੁਮੈਰੀਕਲ ਕੀ ਹੈਗਾ ਆ। ਇਹ ਸਿੰਪਲੀ ਸਪੋਰਟਡ ਬੀਮ 6 ਮੀਟਰ ਲੌਂਗ ਇਜ਼ ਸਬਜੈਕਟਡ ਟੂ 2 ਪੁਆਇੰਟ ਲੋਡ। ਕਿਹੜੇ ਪੁਆਇੰਟ ਲੋਡ ਦਿੱਤੇ ਹੋਏ ਆ? 2 ਕਿਲੋ ਨਿਊਟਨ ਅਤੇ 5 ਕਿਲੋ ਨਿਊਟਨ। 2 ਅਤੇ 5 ਦੋ ਪੁਆਇੰਟ ਲੋਡ ਗਿਵਨ ਆ। ਸੋ ਉਹਨਾਂ ਦਾ ਡਿਸਟੈਂਸ ਦਿੱਤਾ ਹੋਇਆ ਆ। ਠੀਕ ਹੈ ਜੀ, ਐਟ 2 ਮੀਟਰ ਐਂਡ 4 ਮੀਟਰ ਰਿਸਪੈਕਟਿਵਲੀ ਫਰੋਮ ਦਾ ਲੈਫਟ ਹੈਂਡ, ਮਤਲਬ ਲੈਫਟ ਸਾਈਡ ਤੋਂ ਇਹਨਾਂ ਦਾ ਡਿਸਟੈਂਸ ਦਿੱਤਾ ਹੈ 2 ਮੀਟਰ ਅਤੇ 4 ਮੀਟਰ। 6 ਮੀਟਰ ਉਹਦੀ ਟੋਟਲ ਲੈਂਥ ਆ। ਠੀਕ ਹੈ ਜੀ। ਡਰਾ ਦਾ ਸ਼ੀਅਰ ਫੋਰਸ ਐਂਡ ਬੈਂਡਿੰਗ ਮੂਵਮੈਂਟ ਡਾਇਗਰਾਮ ਫੋਰ ਦਾ ਬੀਮ। ਠੀਕ ਹੈ ਜੀ। ਇਹ ਹੁਣ ਜਿਹੜਾ ਨੁਮੈਰੀਕਲ ਆ, ਇਸ ਨੁਮੈਰੀਕਲ ਦੇ ਵਿੱਚ ਡਾਇਗਰਾਮ ਤੁਹਾਨੂੰ ਗਿਵਨ ਨਹੀਂ ਹੋਣਾ, ਇਹ ਤੁਸੀਂ ਆਪ ਬਣਾਉਣਾ ਹੈ। ਠੀਕ ਹੈ ਜੀ। ਸੋ ਨੁਮੈਰੀਕਲ ਨੂੰ ਬੜੇ ਧਿਆਨ ਨਾਲ ਸਮਝ ਕੇ ਡਾਇਗਰਾਮ ਨੂੰ ਸਭ ਤੋਂ ਪਹਿਲਾਂ ਤਾਂ ਡਾਇਗਰਾਮ ਹੀ ਆ। ਜੇ ਡਾਇਗਰਾਮ ਤੁਹਾਡਾ ਗਲਤ ਹੈ ਤਾਂ ਇਟ ਮੀਨਸ ਤੁਸੀਂ ਕੁਐਸਚਨ ਜਿੰਨਾ ਮਰਜ਼ੀ ਵਧੀਆ ਅਟੈਂਪਟ ਕਰੀ ਜਾਓ ਤਾਂ ਆਨਸਰ ਵੀ ਤੁਹਾਡਾ ਗਲਤ ਹੀ ਆਉਣਾ ਹੈ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਡਾਇਗਰਾਮ ਵੱਲ ਹੀ ਧਿਆਨ ਦੇਣਾ ਹੈ। ਸੋ ਡਾਇਗਰਾਮ ਕਿਸ ਤਰ੍ਹਾਂ ਬਣਾਉਣਾ ਉਹ ਤੁਹਾਨੂੰ ਆਉਣਾ ਚਾਹੀਦਾ ਹੈ ਸਟੇਟਮੈਂਟ ਨੂੰ ਪੜ੍ਹ ਕੇ। ਠੀਕ ਹੈ ਜੀ। ਬਹੁਤ ਵੈਸੇ ਟਫ ਨਹੀਂ ਹੈਗਾ, ਜੇ ਆਪਾਂ ਦੇਖੀਏ ਤਾਂ ਬਹੁਤ ਈਜ਼ੀ ਨੁਮੈਰੀਕਲ ਹੈਗਾ ਆ। ਦੈਨ ਆਫਟਰਵਰਡ ਆਪਾਂ ਸਟਾਰਟ ਕਰਾਂਗੇ ਨੁਮੈਰੀਕਲ। ਸੋ ਇਸ ਕੇਸ ਦੇ ਵਿੱਚ ਵੀ ਆਪਾਂ ਉਸੇ ਤਰੀਕੇ ਦੇ ਨਾਲ ਕਰਾਂਗੇ। ਬਸ ਇਹਦੇ ਵਿੱਚ ਕੀ ਆ, ਜਿਹੜੀ ਚੀਜ਼ ਦਾ ਡਿਫਰੈਂਸ ਹੈਗਾ ਉਹ ਹੈਗਾ ਰਿਐਕਸ਼ਨਸ ਦਾ। ਹੁਣ ਜਿਹੜੀ ਸਿੰਪਲੀ ਸਪੋਰਟਡ ਬੀਮ ਆ, ਹੁਣ ਕੈਂਟੀਲੀਵਰ ਬੀਮ ਦੇ ਕੇਸ ਦੇ ਵਿੱਚ ਕੀ ਸੀਗਾ? ਕੈਂਟੀਲੀਵਰ ਬੀਮ ਦੇ ਕੇਸ ਵਿੱਚ ਇੱਕ ਐਂਡ ਫਿਕਸ ਸੀਗਾ, ਦੂਜਾ ਐਂਡ ਫ੍ਰੀ ਸੀਗਾ। ਠੀਕ ਹੈ ਜੀ। ਸੋ ਇਸ ਕੇਸ ਦੇ ਵਿੱਚ ਕੀ ਦੋਨੋਂ ਐਂਡ ਫ੍ਰੀ ਆ। ਦੋਨੋਂ ਐਂਡ ਫ੍ਰੀ ਹੁਣ ਜਿਹੜੇ ਆ ਦੋਨੋਂ ਐਂਡ ਫ੍ਰੀ ਆ ਤਾਂ ਇਟ ਮੀਨਸ ਕੀ ਆ, ਇਹਨੂੰ ਸਪੋਰਟ ਚਾਹੀਦੀ ਆ। ਸਪੋਰਟ ਕਿੱਥੋਂ ਮਿਲਦੀ ਪਈ ਆ? ਪਿਛਲੀ ਵਾਰ ਤਾਂ ਫਿਕਸ ਐਂਡ ਸੀਗਾ ਸਾਡੇ ਕੋਲ ਇੱਕ ਕੈਂਟੀਲੀਵਰ, ਇਹਦੇ ਵਿੱਚ ਕੀ ਆ, ਸਪੋਰਟ ਆ। ਸਪੋਰਟ ਨੀਚੋਂ ਆਪਾਂ ਪ੍ਰੋਵਾਈਡ ਕੀਤੀ ਹੋਈ ਆ ਦੋਨੋਂ ਐਂਡ ਦੇ ਉੱਤੇ, ਅਤੇ ਬੀਮ ਨੂੰ ਉਹਦੇ ਉੱਪਰ ਪਲੇਸ ਕੀਤਾ ਹੋਇਆ ਆ। ਹੁਣ ਕੀ ਆ, ਜਿੰਨੇ ਵੀ ਉੱਪਰਲੇ ਲੋਡ ਆ ਉਹ ਲੋਡ ਦੇ ਨਾਲ ਕੀ ਆ, ਹੁਣ ਜਿੰਨਾ ਸਪੋਜ਼ 2 ਅਤੇ 2 + 5 7 ਕਿਲੋ ਨਿਊਟਨ ਲੋਡ ਲੱਗਦਾ ਪਿਆ ਆ ਉਸ ਬੀਮ ਦੇ ਉੱਤੇ। ਸਿੰਪਲੀ ਸਪੋਰਟਡ ਬੀਮ ਦੇ ਉੱਤੇ 7 ਕਿਲੋ ਨਿਊਟਨ ਲੋਡ ਲੱਗਦਾ ਪਿਆ ਟੋਟਲ, ਉੱਪਰੋਂ ਦੇ ਨੀਚੇ। ਠੀਕ ਹੈ ਜੀ। ਹੁਣ ਤੁਹਾਨੂੰ ਪਤਾ ਆ, ਜੇ ਉੱਪਰੋਂ ਐਕਸ਼ਨ ਹੋ ਰਿਹਾ ਤਾਂ ਨੀਚੇ ਰਿਐਕਸ਼ਨਸ ਵੀ ਹੋਣਗੀਆਂ। ਜਿੰਨਾ ਲੋਡ ਆ ਕਿਸ ਦੇ ਉੱਤੇ ਆਊਗਾ? ਲੋਡ ਸਾਰਾ ਉਹ ਆਊਗਾ ਸਪੋਰਟ ਦੇ ਉੱਤੇ। ਆ ਜਿਹੜੀ ਸਪੋਰਟ ਆ, ਸਪੋਰਟ ਦਾ ਹਮੇਸ਼ਾ ਜਿਹੜੀ ਰਿਐਕਸ਼ਨ ਆ ਉਹ ਓਪੋਜ਼ਿਟ ਹੁੰਦਾ ਆ, ਉੱਪਰਲੇ ਪਾਸੇ ਹੁੰਦਾ ਆ। ਆਪਾਂ ਲਾਸਟ ਟਾਈਮ ਕੀਤਾ ਸੀਗਾ AM ਦੇ ਵਿੱਚ। ਸੋ ਰਿਐਕਸ਼ਨ ਦਾ ਜਿਹੜਾ ਸਪੋਰਟ ਆ ਉਹ ਜਦੋਂ ਸਪੋਰਟ ਦੇ ਉੱਪਰ ਜੋ ਰਿਐਕਸ਼ਨਸ ਆ ਉਹਦੀ ਆਲਵੇਜ਼ ਕੀ ਆ, ਉੱਪਰਲੇ ਪਾਸੇ ਹੀ ਲੱਗੇਗਾ। ਠੀਕ ਹੈ ਜੀ। ਤਾਂ ਹੀ ਇਕੁਇਲਿਬਰੀਅਮ ਪੋਜੀਸ਼ਨ ਦੇ ਵਿੱਚ ਆ, ਦੋਨਾਂ ਨੂੰ ਬੈਲੈਂਸ ਕਰੇਗਾ। ਠੀਕ ਹੈ ਜੀ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਹੋਰ ਆ ਗਈਆਂ। ਉਹ ਹੈਗਾ RA, ਮਤਲਬ ਇੱਕ ਐਂਡ ਤੋਂ RA ਰਿਐਕਸ਼ਨ A ਐਂਡ ਰਿਐਕਸ਼ਨ B। ਠੀਕ ਹੈ। A ਅਤੇ B ਇੱਥੇ ਪੁਆਇੰਟ ਦਿੱਤਾ, ਇਸ ਕਰਕੇ ਆਪਾਂ ਨਾਮ ਦਿੱਤਾ RA RB, ਰਿਐਕਸ਼ਨ A ਰਿਐਕਸ਼ਨ B। ਠੀਕ ਹੈ ਜੀ। ਹੁਣ ਆਹ ਦੋਨੋਂ ਰਿਐਕਸ਼ਨ A ਅਤੇ ਰਿਐਕਸ਼ਨ B ਸਾਨੂੰ ਪਤਾ ਨਹੀਂ ਹੈਗੇ। ਇੱਥੇ 4 ਕਿਲੋ ਨਿਊਟਨ ਲਿਖਿਆ ਤਾਂ ਹੋਇਆ, 3 ਕਿਲੋ ਨਿਊਟਨ ਲਿਖਿਆ ਤਾਂ ਹੈ, ਪਰ ਸਾਨੂੰ ਪਤਾ ਨਹੀਂ ਹੈ ਇਹ ਕੀ ਹੈਗੇ ਆ, ਕਿੱਦਾਂ ਕੈਲਕੂਲੇਟ ਕਰਨੇ ਆ। ਠੀਕ ਹੈ ਜੀ। RB 'ਤੇ ਕਿੰਨਾ ਜਾਂਦਾ ਪਿਆ ਲੋਡ, RA 'ਤੇ ਕਿੰਨਾ ਜਾਂਦਾ ਪਿਆ, ਇਹਨੂੰ ਕਿੱਦਾਂ ਕੈਲਕੂਲੇਟ ਕਰਨਾ ਆ ਇਹ ਸਾਨੂੰ ਪਤਾ ਨਹੀਂ ਹੈਗਾ। ਇਹਨੂੰ ਕੈਲਕੂਲੇਸ਼ਨ ਕਰਨੀ ਪੈਣੀ ਹੈ ਸਾਨੂੰ। ਸੋ ਇਸ ਕਰਕੇ ਮੈਂ ਕੀ ਕੀਤਾ, ਜਿਸ ਤਰ੍ਹਾਂ ਹੁਣ ਆਪਾਂ ਬੈਲੈਂਸ ਇਕੁਇਲਿਬਰੀਅਮ ਇਕੁਏਸ਼ਨ ਜਦੋਂ ਆਪਾਂ ਬਣਾਉਂਦੇ ਸੀਗੇ ਤਾਂ ਆਪਾਂ ਕੀ ਕਹਿੰਦੇ ਸੀਗੇ ਕਿ ਐਂਟੀ ਕਲੋਕਵਾਈਜ਼ ਮੂਵਮੈਂਟ ਇਜ਼ ਇਕੁਅਲ ਟੂ ਕਲੋਕਵਾਈਜ਼ ਮੂਵਮੈਂਟ। ਤੁਹਾਨੂੰ ਯਾਦ ਹੋਣਾ ਜਦੋਂ ਆਪਾਂ AM ਦੇ ਅਪਲਾਈਡ ਮਕੈਨਿਕਸ ਦੇ ਵਿੱਚ ਨੁਮੈਰੀਕਲ ਕੀਤਾ ਸੀਗਾ, ਉਹਦੇ ਵਿੱਚ ਵੀ ਆਪਾਂ ਇਹ ਸਟੈਪ ਕੀਤਾ ਸੀਗਾ। ਕੀ ਕੀਤਾ ਸੀਗਾ ਕਿ ਇਕੁਇਲਿਬਰੀਅਮ ਪੋਜੀਸ਼ਨ ਦੇ ਵਿੱਚ ਕੀ ਹੋਊਗਾ, ਜਦੋਂ ਬੀਮ ਨੂੰ ਪੂਰਾ ਇਕੁਇਲਿਬਰੀਅਮ ਪੋਜੀਸ਼ਨ 'ਤੇ ਆ ਜਾਊਗਾ ਉਦੋਂ ਕੀ ਹੁੰਦਾ ਆ ਕਿ ਕਲੋਕਵਾਈਜ਼ ਜਿਹੜੀ ਮੂਵਮੈਂਟਸ ਆ ਉਹ ਕਿਹਦੇ ਬਰਾਬਰ ਹੋ ਜਾਂਦੀਆਂ? ਐਂਟੀ ਕਲੋਕਵਾਈਜ਼ ਮੂਵਮੈਂਟਸ ਦੇ ਬਰਾਬਰ ਹੋ ਜਾਂਦੀਆਂ। ਠੀਕ ਆ ਜੀ। ਸੋ ਇਸ ਕੇਸ ਦੇ ਵਿੱਚ ਆਪਾਂ ਇਹੀ ਚੀਜ਼ ਲੈਣੀ ਆ। ਠੀਕ ਆ। ਹੁਣ ਕਿਹੜੀ ਚੀਜ਼ ਕਲੋਕਵਾਈਜ਼ ਆ, ਕਿਹੜੀ ਚੀਜ਼ ਐਂਟੀ ਕਲੋਕਵਾਈਜ਼ ਆ? ਠੀਕ ਆ। ਆਪਾਂ ਹੁਣ ਲਾਸਟ ਟਾਈਮ ਆਪਾਂ ਤੁਹਾਨੂੰ ਪਤਾ ਹੈ ਕਿ ਆਪਾਂ ਨੁਮੈਰੀਕਲ ਕੀਤੇ ਸੀਗੇ AM ਦੇ ਵਿੱਚ। ਉਹਦੇ ਵਿੱਚ ਆਪਾਂ ਕੀ ਕਰਦੇ ਸੀਗੇ, ਇੱਕ ਐਂਡ ਨੂੰ ਫਿਕਸ ਕਰਕੇ ਇੱਕ ਐਂਡ ਨੂੰ ਰੈਫਰੈਂਸ ਮੰਨ ਕੇ ਤਾਂ ਆਪਾਂ ਇੱਕ ਰਿਐਕਸ਼ਨ ਨੂੰ ਫਾਈਂਡ ਆਊਟ ਕਰ ਲੈਂਦੇ ਸੀਗੇ, ਜਿਸ ਤਰ੍ਹਾਂ ਆਪਾਂ ਕਰਕੇ ਦੇਖਦੇ ਹਾਂ ਇਸ ਦੇ ਵਿੱਚ ਕਿੱਦਾਂ ਆਪਾਂ ਕੀਤਾ ਸੀਗਾ। ਮੈਂ ਕੀ ਕੀਤਾ,
ਇੱਥੇ ਮੈਂ ਆਹ ਵਾਲੇ ਪੁਆਇੰਟ A ਪੁਆਇੰਟ ਨੂੰ ਮੈਂ ਮੰਨ ਲਿਆ, ਠੀਕ ਹੈ ਜੀ। ਇੱਥੋਂ ਮੈਂ ਰੈਫਰੈਂਸ ਮੰਨ ਲਿਆ। ਹੁਣ ਮੈਂ ਰਿਐਕਸ਼ਨ B ਕੱਢਣੀ ਆ। ਰਿਐਕਸ਼ਨ B ਕਿੱਦਾਂ ਮੈਂ ਫਾਈਂਡ ਆਊਟ ਕਰ ਸਕਦਾ, ਕਿਉਂਕਿ ਰਿਐਕਸ਼ਨ A ਤਾਂ ਮੈਂ ਇੱਥੇ ਕੀ ਰੈਫਰੈਂਸ ਮੰਨ ਚੁੱਕਾ ਆ, ਠੀਕ ਹੈ ਜੀ। ਸੋ ਮੈਂ ਕੀ ਕੀਤਾ, ਹੁਣ ਇੱਥੋਂ ਮੂਵਮੈਂਟਸ ਲੈ ਲੈਂਦੇ ਆ। ਕਲੋਕਵਾਈਜ਼ ਮੂਵਮੈਂਟ ਇਜ਼ ਇਕੁਅਲਸ ਟੂ ਐਂਟੀ ਕਲੋਕਵਾਈਜ਼ ਮੂਵਮੈਂਟ। ਹੁਣ ਕਲੋਕਵਾਈਜ਼ ਮੂਵਮੈਂਟ ਕੀ ਆ ਅਤੇ ਐਂਟੀ ਕਲੋਕਵਾਈਜ਼ ਮੂਵਮੈਂਟ ਕੀ ਆ, ਦੇਖੋ ਧਿਆਨ ਨਾਲ। ਹੁਣ ਜਿਹੜਾ ਉੱਪਰੋਂ ਨੀਚੇ ਫੋਰਸ ਲੱਗਦੀ ਪਈ ਆ ਉਹਦੇ ਨਾਲ ਬੀਮ ਤੁਹਾਡਾ ਕਿੱਧਰ ਨੂੰ ਪਾਸੇ ਰੋਟੇਟ ਹੁੰਦਾ ਪਿਆ ਆ, ਇੱਦਾਂ। ਇਹ ਕੀ ਬਣ ਗਿਆ ਤੁਹਾਡਾ ਕਲੋਕਵਾਈਜ਼। ਹੁਣ ਜਿਹੜਾ ਆਹ ਵਾਲਾ ਉੱਪਰ ਨੂੰ ਫੋਰਸ ਲੱਗਦੀ ਪਈ ਆ ਇਹਦੇ ਕਰਕੇ ਬੀਮ ਤੁਹਾਡਾ ਕਿੱਧਰ ਰੋਟੇਟ ਹੋ ਰਿਹਾ ਆ, ਉੱਪਰਲੇ ਪਾਸੇ। ਇਹ ਕੀ ਬਣ ਗਈ ਤੁਹਾਡੀ ਐਂਟੀ ਕਲੋਕਵਾਈਜ਼, ਠੀਕ ਹੈ ਜੀ। ਸੋ ਐਂਟੀ ਕਲੋਕਵਾਈਜ਼ ਮੂਵਮੈਂਟ ਮਤਲਬ RB ਉਹ ਕਿਹਦੇ ਬਰਾਬਰ ਆ ਜਾਣੀ ਹੈ, ਕਲੋਕਵਾਈਜ਼ ਮੂਵਮੈਂਟ, ਜਿਹੜੀ ਉੱਪਰਲੀਆਂ ਦੋ ਫੋਰਸਿਸ ਆ ਉਹਨਾਂ ਦੇ ਮੂਵਮੈਂਟ ਦੇ ਬਰਾਬਰ ਆ ਜਾਣੀ ਆ, ਠੀਕ ਹੈ ਜੀ। ਹੁਣ ਮੂਵਮੈਂਟ ਹੁੰਦੀ ਕੀ ਆ ਤੁਹਾਨੂੰ ਪਤਾ ਹੀ ਆ, ਮੂਵਮੈਂਟ ਕੀ ਹੈਗੀ ਆ, ਮੂਵਮੈਂਟ ਕੀ ਆ, ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ, ਠੀਕ ਆ। ਸੋ ਮੈਂ ਕੀ ਕੀਤਾ, ਇੱਥੇ ਕੀ ਬਣ ਗਿਆ ਮੇਰਾ, ਆਪਾਂ ਲੈ ਲਿਆ ਪਹਿਲਾਂ ਐਂਟੀ ਕਲੋਕਵਾਈਜ਼। ਐਂਟੀ ਕਲੋਕ ਮੈਂ RB ਤੋਂ ਲੈਣਾ ਸਟਾਰਟ, RB, ਠੀਕ ਆ ਜੀ। RB ਕੀ ਆ, ਫੋਰਸ ਆ। ਡਿਸਟੈਂਸ ਕਿੰਨੀ ਡਿਸਟੈਂਸ ਲੱਗਦੀ ਪਈ ਆ, 6, ਠੀਕ ਆ ਨਾ। ਇਹ ਜਿਹੜਾ A ਐਂਡ ਆ ਉਹ ਮੈਂ ਰੈਫਰੈਂਸ ਮੰਨਿਆ ਹੈ 0, ਠੀਕ ਆ ਨਾ। ਵਿਚ ਇਜ਼ ਇਕੁਅਲਸ ਟੂ ਕਿਹਦੇ ਬਰਾਬਰ ਆ ਗਿਆ, ਕਿਹਦੇ ਬਰਾਬਰ ਆ ਜਾਣਾ ਆ, ਕਲੋਕਵਾਈਜ਼ ਮੂਵਮੈਂਟ। ਕਲੋਕਵਾਈਜ਼ ਮੂਵਮੈਂਟ ਕਿਹੜੀਆਂ, ਦੋ ਉੱਪਰ ਜਿਹੜੀਆਂ ਲੱਗਦੀਆਂ ਪਈਆਂ, ਠੀਕ ਆ ਜੀ। ਹੁਣ ਇਹਦੇ ਕਰਕੇ ਕਲੋਕਵਾਈਜ਼ ਮੂਵਮੈਂਟ ਲੱਗਦੀ ਪਈ, ਕਿੱਦਾਂ ਲੈਣਾ ਆ, ਪਹਿਲਾਂ ਲੈਣੇ 5 ਇਹ ਕੀ ਹੈ, ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਕਿੰਨਾ 4 ਪਲੱਸ, ਠੀਕ ਆ ਜੀ। ਇੱਧਰ ਕਿੰਨਾ ਆ ਗਿਆ 2 ਇਨਟੂ ਡਿਸਟੈਂਸ ਕਿੰਨਾ ਹੈ 2, ਠੀਕ ਆ। ਸੋ ਇਸ ਤਰੀਕੇ ਦੇ ਨਾਲ ਤੁਹਾਡਾ ਕੀ ਬਣ ਜਾਣਾ 20, ਇਹਦਾ ਕੀ ਬਣ ਗਿਆ 20, ਆ 20 ਬਣ ਗਿਆ, ਇਹ ਬਣ ਗਿਆ 4, 24 ਬਣ ਗਿਆ। RB ਕਿੰਨਾ ਆ ਗਿਆ ਤੁਹਾਡੇ ਕੋਲ, ਇਹਦੇ ਵਿੱਚ ਇਹਨੂੰ ਕੈਲਕੂਲੇਟ ਕਰੋਗੇ 24/6 ਵਿਚ ਇਜ਼ ਇਕੁਅਲ ਟੂ 4, ਠੀਕ ਆ ਜੀ। ਸੋ RB ਕਿੰਨਾ ਆ ਗਿਆ ਤੁਹਾਡੇ ਕੋਲ 4 ਕਿਲੋ ਨਿਊਟਨ, ਠੀਕ ਆ ਜੀ। ਇਸ ਤਰੀਕੇ ਦੇ ਨਾਲ ਐਂਟੀ ਕਲੋਕਵਾਈਜ਼ ਮੂਵਮੈਂਟ ਇਕੁਅਲ ਟੂ ਕਲੋਕਵਾਈਜ਼ ਮੂਵਮੈਂਟ ਕਰਕੇ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, ਠੀਕ ਆ ਜੀ। ਸੋ ਹੁਣ ਇਹਦੇ ਵਿੱਚ ਦੇਖ ਲਓ, ਮੈਂ ਸਿੰਪਲ ਲਿਆ ਇੱਥੋਂ ਆ, ਇਹਨੂੰ ਰੈਫਰੈਂਸ ਮੰਨ ਕੇ ਮੈਂ ਫਾਈਂਡ ਆਊਟ ਕਰ ਦਿੱਤਾ ਆ, ਠੀਕ ਆ। ਅਤੇ ਜੇ ਤੁਸੀਂ ਓਪੋਜ਼ਿਟ ਐਂਡ ਤੋਂ ਲੈਣਾ ਚਾਹੁੰਦੇ ਆ, RB ਤੋਂ ਲੈਣਾ ਚਾਹੁੰਦੇ ਆ, ਠੀਕ ਆ ਜੀ, ਤਾਂ ਫਿਰ ਕੀ ਬਣ ਜਾਏਗਾ, ਆਹ ਰੈਫਰੈਂਸ ਬਣ ਗਿਆ, ਇਹ 0 ਹੋ ਗਿਆ, ਠੀਕ ਆ। ਅਤੇ ਇਹਦੇ ਵਿੱਚ ਕਲੋਕਵਾਈਜ਼ ਕੀ ਆ ਗਈ, ਆਹ ਕਲੋਕਵਾਈਜ਼, ਇਹਦੇ ਕਰਕੇ ਕਲੋਕਵਾਈਜ਼ ਹੋ ਜਾਊਗਾ, ਇਹਦੇ ਕਰਕੇ ਕੀ ਹੋ ਜਾਊਗਾ, ਐਂਟੀ ਕਲੋਕਵਾਈਜ਼ ਹੋ ਜਾਊਗਾ, ਠੀਕ ਆ। ਤਾਂ ਉੱਪਰ ਵਾਲੀ ਚੀਜ਼ਾਂ ਪਲੱਸ ਹੋ ਜਾਣਗੀਆਂ, ਨੀਚੇ ਵਾਲੀ ਚੀਜ਼ ਓਪੋਜ਼ਿਟ ਡਾਇਰੈਕਸ਼ਨ 'ਚ ਚੱਲ ਜੂਗੀ, ਠੀਕ ਆ। ਸੋ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ। ਅਤੇ ਜੇ ਮੈਂ ਇਸ ਤਰੀਕੇ ਨਾਲ ਫਾਈਂਡ ਆਊਟ ਕਰਾਂ ਤਾਂ ਕੀ ਬਣਦਾ ਹੈ, ਦੇਖ ਲੈਂਦੇ ਹਾਂ। ਦੋਨੋਂ ਤਰੀਕੇ ਨਾਲ ਕਰ ਸਕਦੇ ਹਾਂ, ਆਨਸਰ ਸੇਮ ਹੀ ਆਊਗਾ, ਠੀਕ ਆ। ਹੁਣ ਇਸ ਕੇਸ ਦੇ ਵਿੱਚ ਕੀ ਬਣੇਗਾ, RB, ਇਸ ਕੇਸ ਦੇ ਵਿੱਚ ਕੀ ਬਣੇਗਾ, RB ਰੈਫਰੈਂਸ ਬਣ ਜਾਏਗਾ, ਠੀਕ ਆ। RA ਫਾਈਂਡ ਆਊਟ ਹੋ ਜਾਊਗਾ, ਠੀਕ ਆ। ਸੋ ਜਿਹੜਾ ਮਰਜ਼ੀ ਕੇਸ ਲੈ ਲਓ, ਇਹਦੇ ਵਿੱਚ ਇਹਨਾਂ ਨੇ ਇਸ ਤਰੀਕੇ ਨਾਲ ਕੀਤਾ ਹੋਇਆ, RB ਨੂੰ ਕੀ ਮੰਨਿਆ ਹੋਇਆ, ਰੈਫਰੈਂਸ ਮੰਨਿਆ ਹੋਇਆ। ਜਿੱਧਰੋਂ ਮਰਜ਼ੀ ਰੈਫਰੈਂਸ ਲੈ ਲਓ, RA ਵੱਲੋਂ ਲੈਣਾ RA ਵੱਲੋਂ ਲੈ ਲਓ, RB ਵੱਲੋਂ ਲੈਣਾ RB ਵੱਲੋਂ ਲੈ ਲਓ, ਠੀਕ ਆ। ਪਰ ਫੰਡਾ ਉਹੀ ਲੱਗਣਾ ਹੈ, ਐਂਟੀ ਕਲੋਕਵਾਈਜ਼ ਮੂਵਮੈਂਟ ਇਜ਼ ਇਕੁਅਲਸ ਟੂ ਕਲੋਕਵਾਈਜ਼ ਮੂਵਮੈਂਟ, ਠੀਕ ਆ ਜੀ। ਕਰਕੇ ਦੇਖ ਲਿਓ, ਤੁਹਾਡਾ ਆਨਸਰ ਸੇਮ ਆਏਗਾ, ਠੀਕ ਆ। RA ਇੱਧਰੋਂ RA ਫਾਈਂਡ ਆਊਟ ਹੋਊਗਾ, ਉੱਧਰੋਂ RB ਫਾਈਂਡ ਆਊਟ ਹੋਊਗਾ, ਠੀਕ ਆ। ਇਹ ਤਾਂ ਹੋ ਗਿਆ RB ਫਾਈਂਡ ਆਊਟ ਕਰਨ ਦਾ ਤਰੀਕਾ। ਹੁਣ ਜੇ ਮੈਂ RA ਫਾਈਂਡ ਆਊਟ ਕਰਨਾ ਚਾਹੁੰਦਾ ਹਾਂ, ਠੀਕ ਆ, ਉਹਦੇ ਲਈ ਕੀ ਕਰਨਾ ਆ, ਦੇਖੋ ਆਪਾਂ ਕੀ ਕਰਦੇ ਸੀਗੇ, ਤੁਹਾਨੂੰ ਯਾਦ ਹੋਣਾ ਕਿ ਡਾਊਨਵਰਡ ਫੋਰਸਿਸ ਇਕੁਅਲਸ ਟੂ ਅਪਵਰਡ ਫੋਰਸਿਸ, ਠੀਕ ਆ ਜੀ। ਮਤਲਬ ਕੀ ਆ, ਦੂਜਾ ਸਟੈਪ ਕੀ ਹੁੰਦਾ ਸੀ ਸਾਡਾ, ਵਰਟੀਕਲ ਫੋਰਸਿਸ ਦਾ ਹੁੰਦਾ ਸੀਗਾ ਇਕੁਇਲਿਬਰੀਅਮ। ਵਰਟੀਕਲ ਫੋਰਸਿਸ ਇਕੁਇਲਿਬਰੀਅਮ ਕੀ ਹੁੰਦੀ ਸੀ, ਪਹਿਲਾਂ ਮੂਵਮੈਂਟ ਇਕੁਇਲਿਬਰੀਅਮ 'ਚ ਲੈ ਲਈਆਂ, ਅਗਲੀ ਵਾਰ ਆਪਾਂ ਲੈਂਦੇ ਸੀ ਵਰਟੀਕਲ ਫੋਰਸਿਸ ਇਕੁਇਲਿਬਰੀਅਮ। ਵਰਟੀਕਲ ਫੋਰਸਿਸ ਇਕੁਇਲਿਬਰੀਅਮ ਵਿੱਚ ਕੀ ਬਣ ਜਾਊਗਾ, RA ਜਿਹਨਾਂ ਦੀ ਡਾਇਰੈਕਸ਼ਨ ਸੇਮ ਆ ਉਹਨਾਂ ਨੂੰ ਕੀ ਕਰ ਦਿਓ, ਪਲੱਸ ਕਰ ਦਿਓ, RB ਵਿਚ ਇਜ਼ ਇਕੁਅਲਸ ਟੂ 2 + 5, ਠੀਕ ਆ ਜੀ। RB ਮੈਂ ਫਾਈਂਡ ਆਊਟ ਕਰ ਲਿਆ ਸੀਗਾ ਪਹਿਲੇ ਸਟੈਪ ਦੇ ਵਿੱਚੋਂ, ਠੀਕ ਆ। ਉਹ ਕਿੰਨਾ ਬਣ ਗਿਆ ਸੀ 4 ਵਿਚ ਇਜ਼ ਇਕੁਅਲਸ ਟੂ 2 + 5 ਵਿਚ ਇਜ਼ ਇਕੁਅਲ ਟੂ 7। ਸੋ 4 ਉੱਧਰ ਚੱਲ ਜਾਣਾ, -4, ਇਹ ਕੀ ਬਣ ਗਿਆ, RA ਇਜ਼ ਇਕੁਅਲ ਟੂ 3। ਸੋ ਇਸ ਤਰੀਕੇ ਦੇ ਨਾਲ ਆਪਾਂ RA ਅਤੇ RB ਨੂੰ
फाइंड आउट करना। बड़ा ईजी है बेटा, जिधरों मर्जी कर लो तुसीं, ठीक है जी, जिधरों मर्जी रेफरेंस ले। पहले टेकिंग मूवमेंट्स लेने आ इक्विलिब्रियम पोजीशन दे विच, फिर वर्टिकल फोर्सेस नूं इक्विलिब्रियम पोजीशन च लेना है, ठीक है जी। सो इस तरीके दे नाल आपां आर ए आर बी फाइंड आउट करदे सीगे। अप्लाइड मैकेनिक्स दे विच भी आपां इस तरह कीता सीगा, ठीक है जी। तुसीं करके देख लिओ, बहुत ईजी आ। सो आर ए आर बी जो फाइंड आउट हो गए, उस तो बाद तुहाडा न्यूमेरिकल स्टार्ट होना है, जिद्दां आपां कैंटिलीवर बीम च करदे आ रहे हैं, ठीक है जी। सो कैंटिलीवर बीम ਦੇ ਵਿੱਚ ਸਟਾਰਟਿੰਗ ਕਿੱਦਾਂ ਕਰਦੇ ਸੀਗੇ? ਸਭ ਤੋਂ ਪਹਿਲਾਂ ਸਾਈਨ ਕਨਵੈਂਸ਼ਨ ਦੀ ਸਾਈਡ ਲੈਣੀ ਹੈ। ਸਾਈਨ ਕਨਵੈਂਸ਼ਨ ਕੀ ਹੁੰਦੇ ਆ ਤੁਹਾਨੂੰ ਪਤਾ ਹੀ ਆ, ਰਾਈਟ ਹੈਂਡ ਸਾਈਡ ਲੈਫਟ ਹੈਂਡ ਸਾਈਡ, ਮੈਂ ਤੁਹਾਨੂੰ ਦੱਸਿਆ ਸੀਗਾ, ਠੀਕ ਹੈ ਜੀ। ਰਾਈਟ ਹੈਂਡ ਸਾਈਡ ਸਾਈਨ ਕਨਵੈਂਸ਼ਨ, ਲੈਫਟ ਹੈਂਡ ਸਾਈਡ। ਆਪਾਂ ਹੁਣ ਹਮੇਸ਼ਾ ਰਾਈਟ ਹੈਂਡ ਸਾਈਡ ਹੀ ਲਈ ਆ, ਤਾਂ ਇੱਥੇ ਵੀ ਰਾਈਟ ਹੈਂਡ ਸਾਈਡ ਹੀ ਲਵਾਂਗੇ, ਠੀਕ ਹੈ ਜੀ। ਸੋ ਰਾਈਟ ਹੈਂਡ ਸਾਈਡ ਕੰਸੀਡਰਿੰਗ ਲਿਖ ਦੇਣਾ ਤੁਸੀਂ, ਪਰ ਕੰਸੀਡਰਿੰਗ ਰਾਈਟ ਹੈਂਡ ਸਾਈਡ। ਰਾਈਟ ਹੈਂਡ ਸਾਈਡ ਕੰਸੀਡਰ ਕਰ ਲਈ। ਨਿਊਮੈਰੀਕਲ ਇੱਥੋਂ ਸਟਾਰਟ ਕਰਾਂਗੇ ਬੀ ਤੋਂ, ਠੀਕ ਹੈ ਜੀ। ਸੋ ਇੱਥੋਂ ਆਉਂਦੇ ਆਉਂਦੇ ਆਪਾਂ ਡੀ 'ਤੇ ਆਵਾਂਗੇ, ਫਿਰ ਸੀ 'ਤੇ ਆਵਾਂਗੇ, ਫਿਰ ਏ 'ਤੇ ਆਵਾਂਗੇ, ठीक है जी। सो बी तो न्यूमेरिकल स्टार्ट करांगे, उही लवांगे। डाउनवर्ड फोर्सेस की होंदे सी पॉजिटिव, अपवर्ड फोर्सेस की होंदे सी नैगेटिव। हुण इहदे विच देखो डाउनवर्ड फोर्सेस भी मिलदियां पईयां सानूं, अपवर्ड फोर्सेस भी मिलदियां पईयां। सो इहदे विच कंबीनेशन होना फोर्सेस दा, एक फोर्सेस प्लस लैनी, एक फोर्सेस आपां नैगेटिव लैनी है, ठीक है जी। सो डाउनवर्ड फोर्सेस ਜਿਹੜੀਆਂ ਸੀਗੀਆਂ ਉਹ पॉजिटिव ਲੈਂਦੇ ਸੀਗੇ शेयर फोर्स डायग्राम ਦੇ ਵੇਲੇ, ਤੇ अपवर्ड फोर्सेस ਨੂੰ ਕੀ ਲੈਂਦੇ ਸੀਗੇ ਆਪਾਂ, ਨੈਗੇਟਿਵ ਲੈਂਦੇ ਸੀਗੇ। ਸੋ ਆਪਾਂ ਦੇਖਦੇ ਹਾਂ ਕਿੱਦਾਂ ਨਿਊਮੈਰੀਕਲ ਕਰਨਾ ਹੈ, ਠੀਕ ਹੈ ਜੀ। ਸੋ ਮੈਂ ਇੱਥੋਂ ਸਟਾਰਟ ਕਰ ਦਿੰਦਾ ਹੈ। ਸੋ ਸਟਾਰਟ ਕਰਦੇ ਹਾਂ ਇੱਥੋਂ ਆਪਾਂ ਨਿਊਮੈਰੀਕਲ ਬੀ ਤੋਂ, ਠੀਕ ਆ। ਸੋ ਬੀ ਦਾ ਤੁਹਾਨੂੰ ਉੱਦਾਂ ਹੀ ਲੈਣਾ ਪੈਣਾ ਆ, ਸ਼ੀਅਰ ਫੋਰਸ ਜਸਟ ਔਨ ਰਾਈਟ ਹੈਂਡ ਸਾਈਡ ਆਫ ਪੁਆਇੰਟ ਬੀ, ਫਿਰ ਲੈਫਟ ਹੈਂਡ ਸਾਈਡ ਆਫ ਪੁਆਇੰਟ ਬੀ, ਫਿਰ ਪੁਆਇੰਟ ਡੀ ਦਾ ਰਾਈਟ ਹੈਂਡ ਸਾਈਡ, ਲੈਫਟ ਹੈਂਡ ਸਾਈਡ ਸੀ ਦਾ, ਫਿਰ ਏ ਦਾ, ਇਸ ਤਰ੍ਹਾਂ ਚੱਲੇਗਾ ਨਿਊਮੈਰੀਕਲ, ਠੀਕ ਆ ਜੀ। ਫਿਰ ਆਪਾਂ ਸ਼ੀਅਰ ਫੋਰਸ ਡਾਇਗਰਾਮ ਬਣਾਵਾਂਗੇ, ਦੇਖਦੇ ਹਾਂ ਕਿੱਦਾਂ ਕਰਨਾ ਹੈ। ਪੁਆਇੰਟ ਬੀ ਦਾ ਰਾਈਟ ਹੈਂਡ ਸਾਈਡ, ਜਦੋਂ ਪੁਆਇੰਟ ਬੀ ਦਾ ਰਾਈਟ ਹੈਂਡ ਸਾਈਡ ਲਿਆ ਕੋਈ ਨਹੀਂ ਆਇਆ, ਠੀਕ ਆ ਜੀ। ਸੋ ਇੱਥੇ ਕੀ ਬਣ ਗਿਆ ਸਾਡਾ, ਫਸਟ ਕੀ ਆ ਗਿਆ, 0, ਠੀਕ ਆ ਜੀ। ਨੈਕਸਟ ਦੇਖਦੇ ਹਾਂ, ਜਦੋਂ ਮੈਂ ਲੈਫਟ ਹੈਂਡ ਸਾਈਡ ਲਿਆ ਪੁਆਇੰਟ ਬੀ ਦਾ, ਹੁਣ ਇੱਕ ਫੋਰਸ ਮਿਲਦੀ ਪਈ ਆ, ਉਹ ਉੱਪਰ ਨੂੰ ਪਾਸੇ ਲੱਗਦੀ ਪਈ ਆ। ਉੱਪਰ ਨੂੰ ਜਦੋਂ ਲੱਗਦੀ ਆ ਤਾਂ ਸਾਈਨ ਕਨਵੈਂਸ਼ਨ ਦੇ ਅਕੋਰਡਿੰਗ ਕੀ ਆ, ਨੈਗੇਟਿਵ ਆ। ਸੋ ਨੈਗੇਟਿਵ ਆ ਤਾਂ ਕਿੰਨੇ ਕਿਲੋ ਨਿਊਟਨ ਨਾਲ ਫੋਰਸ ਲੱਗਦੀ ਪਈ ਆ, 4। ਸੋ ਇੱਥੇ ਕੀ ਆ ਗਿਆ, -4 ਕਿਲੋ ਨਿਊਟਨ, ਜਦੋਂ ਲੈਫਟ ਆਫ ਪੁਆਇੰਟ ਬੀ ਲਵਾਂਗੇ, ਠੀਕ ਆ ਜੀ। ਨਾਲ ਦੀ ਨਾਲ ਚੈੱਕ ਕਰਦੇ ਆਪਾਂ ਇੱਧਰ। ਅੱਛਾ, ਇਹਨਾਂ ਨੇ ਕੰਸੀਡਰਿੰਗ ਲੈਫਟ ਹੈਂਡ ਸਾਈਡ ਲਈ ਹੋਈ ਆ, ਠੀਕ ਆ ਜੀ। ਤੁਸੀਂ ਲੈਫਟ ਹੈਂਡ ਸਾਈਡ ਲੈ ਕੇ ਵੀ ਦੇ ਸਕਦੇ ਆ, ਰਾਈਟ ਹੈਂਡ ਸਾਈਡ। ਹੁਣ ਲੈਫਟ ਹੈਂਡ ਸਾਈਡ ਵਾਲਾ ਤਾਂ ਇੱਥੇ ਉਹਨਾਂ ਨੇ ਲਿਆ ਹੋਇਆ ਆ, ਠੀਕ ਆ ਜੀ। ਅਤੇ ਤੁਸੀਂ ਇੱਦਾਂ ਕਰਿਓ, ਆਪਾਂ ਜਿੱਦਾਂ ਪਹਿਲਾਂ ਕੈਂਟੀਲੀਵਰ ਬੀਮ ਦੇ ਨਿਊਮੈਰੀਕਲ ਕਰਦੇ ਆ ਰਹੇ ਹਾਂ, ਤੁਸੀਂ ਉਸੇ ਤਰੀਕੇ ਨਾਲ ਕਰਕੇ ਦੇਖਿਓ, ਆਨਸਰ ਤੁਹਾਡਾ ਸੇਮ ਹੀ ਆਊਗਾ, ਬੇਸ਼ੱਕ ਕਰਕੇ ਦੇਖ ਲਿਓ, ਠੀਕ ਆ ਜੀ। ਸੋ ਮੈਂ ਤੁਹਾਨੂੰ ਰਾਈਟ ਹੈਂਡ ਸਾਈਡ ਤੋਂ ਹੀ ਕਰਕੇ ਦਿਖਾਵਾਂਗਾ ਨਿਊਮੈਰੀਕਲ ਇਹ ਵਾਲਾ, ਠੀਕ ਆ। ਅਤੇ ਜਿੰਨੀ ਵੀ ਡਾਇਗਰਾਮ ਦੇ ਵਿੱਚ ਤੁਹਾਡੇ ਟਰਮਸ ਆਈਆਂ ਆ, ਉਹੀ ਟਰਮਸ ਇਸਤੇਮਾਲ ਹੋਣਗੀਆਂ, ਠੀਕ ਆ। ਕਰਕੇ ਦੇਖਦੇ ਹਾਂ। ਬਾਕੀ ਲੈਫਟ ਹੈਂਡ ਸਾਈਡ ਤੋਂ ਇਹਨਾਂ ਨੇ ਲਿਆ ਆ, ਜੇ ਲੈਫਟ ਹੈਂਡ ਸਾਈਡ ਤੋਂ ਲੈਣਾ ਤਾਂ ਸਾਈਨ ਕਨਵੈਂਸ਼ਨਸ ਉਲਟ ਜਾਣੇ ਆ, ਠੀਕ ਆ। ਉਹ 'ਚ ਅਪਵਰਡ ਫੋਰਸ ਜਿਹੜੀ ਆ ਪੋਜ਼ੀਟਿਵ ਹੋ ਜਾਣੀ ਆ, ਡਾਊਨਵਰਡ ਫੋਰਸ ਨੈਗੇਟਿਵ ਹੋ ਜਾਣੀ ਆ, ਠੀਕ ਆ। ਸੋ ਉਸ ਤਰੀਕੇ ਦੇ ਨਾਲ ਇਹ ਨਿਊਮੈਰੀਕਲ ਤੁਹਾਨੂੰ ਸੋਲਵ ਕਰਨਾ ਪੈਣਾ। ਇਸ ਕਰਕੇ ਇੱਕੋ ਹੀ ਮੈਥਡ ਯੂਜ਼ ਕਰੋ ਜਿਹੜਾ ਮੈਂ ਤੁਹਾਨੂੰ ਕੈਂਟੀਲੀਵਰ ਬੀਮ 'ਚ ਕਰਾਇਆ ਆ, ਉਹੀ ਮੈਥਡ ਯੂਜ਼ ਕਰੂੰਗੇ ਇਹਦੇ ਵਿੱਚ, ਤਾਂ ਈਜ਼ੀ ਰਹੂਗਾ ਨਿਊਮੈਰੀਕਲ, ਠੀਕ ਆ। ਸੋ ਆਪਾਂ ਉਸੇ ਤਰੀਕੇ ਨਾਲ ਕਰਦੇ ਹਾਂ। ਮੈਂ ਫਿਲਹਾਲ ਇਹਨੂੰ ਨਹੀਂ ਦੇਖਦਾ ਨਿਊਮੈਰੀਕਲ ਨੂੰ, ਜਿੱਧਰ ਇਹ ਨਿਊਮੈਰੀਕਲ ਆਪਾਂ ਇੱਥੇ ਸਮਝਦੇ ਪਏ ਹਾਂ ਉਸੇ ਤਰੀਕੇ ਨਾਲ ਚੱਲਦੇ ਹਾਂ ਆਪਾਂ, ਠੀਕ ਆ ਜੀ। ਸੋ ਪੁਆਇੰਟ ਬੀ ਦੇ ਲੈਫਟ ਹੈਂਡ ਸਾਈਡ 'ਤੇ ਕੀ ਆ ਗਿਆ, -4, ਕਿਉਂਕਿ ਉੱਪਰਲੇ ਪਾਸੇ ਲੱਗਦੀ ਪਈ, ਉੱਪਰਲੇ ਪਾਸੇ ਕੀ ਆ, ਨੈਗੇਟਿਵ ਹੁੰਦੀ ਆ, ਠੀਕ ਹੈ ਜੀ। ਸੋ ਫਿਰ ਆ ਗਿਆ ਪੁਆਇੰਟ ਡੀ ਦਾ ਰਾਈਟ ਹੈਂਡ ਸਾਈਡ, ਪੁਆਇੰਟ ਡੀ ਦਾ ਫਿਰ ਰਾਈਟ ਹੈਂਡ ਸਾਈਡ ਲਿਆ। ਹੁਣ ਇੰਨਾ ਬੀਮ ਸ਼ੋ ਹੋ ਰਿਹਾ, ਇੰਨੀ ਬੀਮ ਦੇ ਵਿੱਚ ਕਿਹੜੀ ਫੋਰਸ ਸ਼ੋ ਹੋ ਰਹੀ ਆ, +4 ਹੀ ਸ਼ੋ ਹੋ ਰਹੀ ਆ, ਠੀਕ ਹੈ ਜੀ, 4 ਕਿਲੋ ਨਿਊਟਨ। ਸੋ 4 ਕਿਲੋ ਨਿਊਟਨ ਫਿਰ ਉਹੀ -4 ਕਿਲੋ ਨਿਊਟਨ ਹੀ ਆ ਜਾਊਗਾ। ਜਦੋਂ ਮੈਂ ਲੈਫਟ ਹੈਂਡ ਸਾਈਡ ਆਫ ਪੁਆਇੰਟ ਡੀ ਲਊਂਗਾ, ਫਿਰ 2 ਆ ਜਾਣੇ, ਠੀਕ ਹੈ ਜੀ। ਫਿਰ ਦੋ ਲੋਡ ਆ ਜਾਣੇ, 5 ਅਤੇ 4, ਠੀਕ ਹੈ ਜੀ। ਹੁਣ 5 ਅਤੇ ਜਿਹੜਾ 4 ਆ, ਹੁਣ ਦੋਨਾਂ ਦੇ ਵਿੱਚ ਦੇਖੋ ਉਹਨਾਂ ਦੀ ਡਾਇਰੈਕਸ਼ਨ ਓਪੋਜ਼ਿਟ ਆ, ਠੀਕ ਹੈ ਜੀ। ਸੋ ਇੱਕ ਤੁਹਾਡੀ ਫੋਰਸ ਪੋਜ਼ੀਟਿਵ ਆਉਣੀ ਆ, ਪੋਜ਼ੀਟਿਵ ਕਿਹੜੀ ਆਉਣੀ ਆ, ਉੱਪਰੋਂ ਨੀਚੇ ਵਾਲੀ ਪੋਜ਼ੀਟਿਵ ਆਉਣੀ ਆ। ਸੋ ਇਹ ਕੀ ਬਣ ਗਿਆ, +5 -4 ਵਿਚ ਇਜ਼ ਇਕੁਅਲ ਟੂ 1, +5 -4 ਵਿਚ ਇਜ਼ ਇਕੁਅਲਸ ਟੂ 1। ਬੇਟਾ ਨਾਲ ਦੀ ਨਾਲ ਤੁਸੀਂ ਚੈੱਕ ਵੀ ਕਰ ਸਕਦੇ ਆ, ਨੀਚੇ ਦੇਖੋ ਆ ਰਿਹਾ ਤੁਹਾਡਾ, ਠੀਕ ਆ, ਆਨਸਰ ਵੀ ਆ ਰਿਹਾ ਤੁਹਾਡਾ ਨੀਚੇ, ਠੀਕ ਆ। ਪੁਆਇੰਟ ਬੀ ਦੇ ਉੱਤੇ ਤੁਹਾਡੇ ਕੋਲ ਕੀ ਆਇਆ ਸੀਗਾ, -4, ਦੇਖੋ -4 ਆ ਗਿਆ। ਪੁਆਇੰਟ ਡੀ ਦੇ ਉੱਤੇ 2 ਫੋਰਸਿਸ ਆਈਆਂ, ਇੱਕ ਆਈ ਆ +1, ਇੱਕ ਆਈ ਆ -4, ਦੇਖੋ ਇੱਕ +1 ਆ ਗਈ, ਇੱਕ -4 ਆ ਗਈ। ਹੁਣ ਸੀ 'ਤੇ ਦੇਖਦੇ ਹਾਂ, ਸੀ ਦੇ ਰਾਈਟ ਹੈਂਡ ਸਾਈਡ ਆਫ ਪੁਆਇੰਟ ਸੀ, ਫਿਰ ਉਹੀ ਆ ਰਿਹਾ 5 ਅਤੇ 4, ਫਿਰ ਕਿੰਨਾ ਆਊਗਾ, +1 ਹੀ ਆਊਗਾ। +1 ਦੇਖੋ ਇਹ +1 ਆ ਗਿਆ ਸੀ ਪੁਆਇੰਟ ਦਾ, ਠੀਕ ਆ ਜੀ। ਸੋ ਸੀ ਪੁਆਇੰਟ ਦਾ ਲੈਫਟ ਹੈਂਡ ਸਾਈਡ ਹੁਣ 3 ਫੋਰਸ ਆਊਗੀਆਂ, 2, 5 ਅਤੇ 4, ਠੀਕ ਆ ਜੀ। ਸੋ 3 ਫੋਰਸ ਆ ਗਈਆਂ ਲੈਫਟ ਹੈਂਡ ਸਾਈਡ ਦੇ ਉੱਤੇ, ਕੀ ਬਣ ਜੂਗਾ, ਦੇਖੋ ਉੱਪਰਲੀਆਂ ਜਿਹੜੀਆਂ ਦੋਨੋਂ ਫੋਰਸਿਸ ਦਾ ਪਲੱਸ ਹੋ ਜੂਗੀਆਂ 7, ਨੀਚੇ ਵਾਲੀ -4 ਵਿਚ ਇਜ਼ ਇਕੁਅਲ ਟੂ 3। ਦੇਖੋ ਆਨਸਰ ਕਿੰਨਾ ਆਇਆ ਇੱਥੇ,
3 आ गया। ठीक है जी। सो इत्थे पॉइंट लगा देना 3 ਦੇ ਉੱਤੇ। फिर इधर पासे जो 1 ਦੇ ए ਦੇ ਉੱਤੇ एग्जैक्ट कर लो। ठीक है जी। ए ਦੇ ਉੱਤੇ ਕੀ ਬਣੇਗਾ, ਉਹੀ ਸਾਰੀਆਂ ਫੋਰਸਿਸ ਆ ਰਹੀਆਂ ਪਿਛਲੀਆਂ ਆ ਵਾਲੀਆਂ। ਸੋ ਕੀ ਬਣ ਗਿਆ +3। ठीक है जी। ਇੱਥੇ +3 ਆ ਗਿਆ। ਸੋ ਇਸੇ ਤਰੀਕੇ ਨਾਲ ਤੁਸੀਂ ਮਾਰਕ ਕਰੀ ਜਾਣਾ। ठीक है। ਪਹਿਲਾਂ ਨੈਗੇਟਿਵ ਆ ਰਹੀ ਸੀਗੀ, ਫਿਰ ਨੀਚੇ ਨੂੰ ਚਲਾ ਗਿਆ ਗ੍ਰਾਫ, ਫਿਰ ਪੋਜ਼ਿਟਿਵ आई ਉੱਪਰ ਨੂੰ ਚਲਾ ਗਿਆ, ਫਿਰ ਪੋਜ਼ਿਟਿਵ ਉੱਪਰ ਨੂੰ, ਪੋਜ਼ਿਟਿਵ ਉੱਪਰ ਨੂੰ। ਇਸ ਤਰ੍ਹਾਂ ਤੁਹਾਡਾ ਇਹ ਸ਼ੀਅਰ ਫੋਰਸ ਡਾਇਗਰਾਮ ਬਣ ਜਾਏਗਾ। ठीक है जी। ਸੋ ਕਰਕੇ ਦੇਖ ਲਿਓ। ਇਹ ਨਿਊਮੈਰੀਕਲ ਰਾਈਟ ਹੈਂਡ ਸਾਈਡ ਤੋਂ ਹੀ ਮੈਂ ਕਰਕੇ ਦਿਖਾਇਆ ਤੁਹਾਨੂੰ। ਜੇ ਤੁਸੀਂ ਲੈਫਟ ਹੈਂਡ ਸਾਈਡ ਲਓਗੇ ਤਾਂ ਉਹਦੇ ਵਿੱਚ ਸਾਈਨ ਕਨਵੈਂਸ਼ਨ ਉਲਟ ਜਾਣੇ ਆ, ਉਹ ਧਿਆਨ ਨਾਲ ਤੁਹਾਨੂੰ ਦੇਖ ਕੇ ਕਰਨਾ ਪੈਣਾ ਹੈ। ਠੀਕ ਹੈ ਜੀ। ਸੋ ਇੱਕ ਹੀ ਮੈਥਡ ਰੱਖੋ, ਰਾਈਟ ਹੈਂਡ ਸਾਈਡ ਵਾਲਾ ਹੀ ਰੱਖੋ, ਉਹੀ ਬੈਟਰ ਆ, ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗੀ ਕਦੇ ਵੀ। ਠੀਕ ਹੈ ਜੀ। ਸੋ ਸਾਡਾ ਨੈਕਸਟ ਆ ਗਿਆ ਬੈਂਡਿੰਗ ਮੂਵਮੈਂਟ ਡਾਇਗਰਾਮ। ਬੈਂਡਿੰਗ ਮੂਵਮੈਂਟ ਡਾਇਗਰਾਮ ਦੇ ਵਿੱਚ ਕੀ ਕਰਨਾ ਹੁਣ ਆਪਾਂ, ਉਹੀ ਐਟ ਜੋ ਪੁਆਇੰਟ ਹੈ ਉਸੇ ਪੁਆਇੰਟ 'ਤੇ ਐਗਜ਼ੈਕਟ ਬੈਂਡਿੰਗ ਮੂਵਮੈਂਟ ਕੱਢਣਾ ਹੈ। ਹੁਣ ਇਹਦੇ ਵਿੱਚ ਇਸ ਕੇਸ ਦੇ ਵਿੱਚ ਦੇਖ ਲਓ ਪੁਆਇੰਟ ਬੀ, ਪੁਆਇੰਟ ਡੀ, ਪੁਆਇੰਟ ਸੀ ਅਤੇ ਪੁਆਇੰਟ ਏ। ਸੋ ਸਟਾਰਟ ਕਰਦੇ ਹਾਂ ਬੈਂਡਿੰਗ ਮੂਵਮੈਂਟ ਦੇ ਵਿੱਚ। ਠੀਕ ਹੈ ਜੀ। ਸੋ ਇੱਥੇ ਇਹਨਾਂ ਨੇ ਕੀ ਦੇਖੋ ਲੈਫਟ ਹੈਂਡ ਸਾਈਡ ਲਈ ਸੀ ਨਾ ਉੱਪਰ, ਅਤੇ ਲੈਫਟ ਹੈਂਡ ਸਾਈਡ ਦੇ ਅਕੋਰਡਿੰਗ ਜਿਹੜੀ ਆ ਕਲੋਕਵਾਈਜ਼ ਅਤੇ ਐਂਟੀ ਕਲੋਕਵਾਈਜ਼ ਉਲਟ ਜਾਣੀ ਆ। ਠੀਕ ਹੈ ਜੀ। ਆਪਾਂ ਰਾਈਟ ਹੈਂਡ ਸਾਈਡ ਵਾਲਾ ਹੀ ਲਵਾਂਗੇ। ਰਾਈਟ ਹੈਂਡ ਸਾਈਡ ਦੇ ਵੇਲੇ ਕੀ ਆ, ਕਲੋਕਵਾਈਜ਼ ਮੂਵਮੈਂਟ ਨੈਗੇਟਿਵ ਹੁੰਦੀਆਂ ਹੈ ਅਤੇ ਐਂਟੀ ਕਲੋਕਵਾਈਜ਼ ਮੂਵਮੈਂਟ ਪੋਜ਼ੀਟਿਵ ਹੁੰਦੀਆਂ, ਆਪਾਂ ਉਹੀ ਲਵਾਂਗੇ। ਠੀਕ ਹੈ ਜੀ। ਸੋ ਸਾਈਨ ਕਨਵੈਂਸ਼ਨਸ ਨੂੰ ਚੇਂਜ ਨਹੀਂ ਕਰਨਾ ਆਪਾਂ, ਉਹ ਰਾਈਟ ਹੈਂਡ ਸਾਈਡ ਵਾਲੇ ਹੀ ਲਵਾਂਗੇ। ਠੀਕ ਆ। ਇਹਦੇ ਵਿੱਚ ਇਹਨੇ ਲੈਫਟ ਹੈਂਡ ਸਾਈਡ ਦੇ ਅਕੋਰਡਿੰਗ ਹੀ ਕੀਤਾ ਹੈ, ਇਸ ਕਰਕੇ ਮੈਂ ਇਹ ਕੰਸੀਡਰ ਨਹੀਂ ਕਰਾਂਗਾ। ਤੁਸੀਂ ਮੈਂ ਰਾਈਟ ਹੈਂਡ ਸਾਈਡ ਦੇ ਅਕੋਰਡਿੰਗ ਹੀ ਤੁਹਾਨੂੰ ਕਰਕੇ ਦਿਖਾ ਰਿਹਾ। ਠੀਕ ਆ। ਬਾਕੀ ਕਰਨ ਦਾ ਤਰੀਕਾ ਸੇਮ ਹੀ ਆ। ਸੋ ਆਪਾਂ ਸਟਾਰਟ ਕਰਨਾ ਨਿਊਮੈਰੀਕਲ, ਫਿਰ ਰਾਈਟ ਹੈਂਡ ਸਾਈਡ ਤੋਂ ਹੀ ਮੈਂ ਸਟਾਰਟ ਕਰਦਾ ਪਿਆ। ਠੀਕ ਹੈ ਜੀ। ਸੋ ਪੁਆਇੰਟ ਬੀ ਦੇ ਉੱਪਰ ਮੈਂ ਕੱਢਿਆ, ਪੁਆਇੰਟ ਬੀ ਦੇ ਉੱਤੇ ਕੀ ਆ ਗਿਆ 0, ਕਰਨ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ। ਐਗਜ਼ੈਕਟਲੀ ਉੱਥੇ ਆਪਾਂ ਕੀ ਕਰ ਦੇਣਾ 0। ਪੁਆਇੰਟ ਡੀ ਦਾ ਮਤਲਬ ਕੀ ਹੈ, ਇੱਥੇ ਪੁਆਇੰਟ ਸਾਡਾ ਕੀ ਹੋ ਗਿਆ, ਇੰਨਾ ਬੀਮ ਹੀ ਸਾਡੇ ਕੋਲ ਹੈਗਾ ਬੀ ਅਤੇ ਡੀ, ਬਾਕੀ ਬੀਮ ਨੂੰ ਆਪਾਂ ਕੀ ਕਰ ਦੇਣਾ ਨੈਗਲੈਕਟ ਕਰ ਦੇਣਾ। ਠੀਕ ਆ। ਸੋ ਇਹਦੇ ਇਸ ਕੇਸ ਦੇ ਵਿੱਚ ਦੇਖੋ ਤੁਹਾਡੇ ਕੋਲ ਜਿਹੜੀ ਫੋਰਸ ਲੱਗਦੀ ਪਈ ਉਹ ਕੀ ਆ 4 ਕਿਲੋ ਨਿਊਟਨ ਆ। 4 ਕਿਲੋ ਨਿਊਟਨ ਕਰਕੇ ਬੀਮ ਕਿੱਦਾਂ ਰੋਟੇਟ ਹੋ ਰਿਹਾ ਐਂਟੀ ਕਲੋਕਵਾਈਜ਼। ਐਂਟੀ ਕਲੋਕਵਾਈਜ਼ ਨੂੰ ਕੀ ਲੈਣਾ ਆਪਾਂ ਪੋਜ਼ਿਟਿਵ। ਠੀਕ ਆ ਜੀ। ਐਂਟੀ ਕਲੋਕਵਾਈਜ਼ ਨਾਲ ਕੀ ਲੈਂਦੇ ਆਪਾਂ ਪੋਜ਼ਿਟਿਵ ਇਨ ਟਰਮਸ ਆਫ ਰਾਈਟ ਹੈਂਡ ਸਾਈਡ। ਠੀਕ ਆ ਜੀ। ਸੋ ਕੀ ਬਣ ਗਿਆ ਤੁਹਾਡਾ ਫੋਰਸ ਕਿੰਨੀ ਹੈ ਇਹਦੇ ਵਿੱਚ 4 ਇੰਟੂ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਡੀ ਤੋਂ ਦੇਖ ਲੈਣਾ। ਪਰਪੈਂਡੀਕੂਲਰ ਡਿਸਟੈਂਸ ਡੀ ਤੋਂ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਇਹਦਾ ਦੇਖੋ 2 ਅਤੇ 4 ਆ, 6 ਚੋਂ 4 ਮਾਈਨਸ ਕੀਤੇ 2। ਸੋ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਗਿਆ 2। ਸੋ ਕਿੰਨਾ ਬਣ ਗਿਆ 8। ਠੀਕ ਆ ਜੀ। ਕਿੰਨਾ ਬਣ ਗਿਆ 8। ਦੇਖ ਲਓ ਨੀਚੇ ਆਨਸਰ 'ਚ ਦੇਖੋ ਇੱਥੇ ਕਿੰਨਾ ਸ਼ੋ ਹੋ ਰਿਹਾ 8 ਕਿਲੋ ਨਿਊਟਨ ਮੀਟਰ। ਕਲੀਅਰ ਹੈ ਬੇਟਾ। ਠੀਕ ਹੈ ਜੀ। ਸੋ ਨੈਕਸਟ ਇਜ਼ ਪੁਆਇੰਟ ਸੀ। ਪੁਆਇੰਟ ਸੀ ਦੇ ਉੱਪਰ ਜਦੋਂ ਫਾਈਂਡ ਆਊਟ ਕਰਨਾ ਹੈ ਫਿਰ ਇਹਨੂੰ ਰੱਖਣਾ। ਹੁਣ ਬੀਮ ਤੁਹਾਡੇ ਕੋਲ ਇੰਨਾ ਆ ਗਿਆ। ਠੀਕ ਆ। ਪੂਰਾ ਸੀ ਤੋਂ ਲੈ ਕੇ ਬੀ ਤੱਕ ਬੀਮ ਕੰਸੀਡਰ ਕਰਨਾ। ਹੁਣ ਕਿੰਨੀਆਂ ਫੋਰਸਿਸ ਮਿਲਦੀਆਂ ਪਈਆਂ, ਇੱਕ 4 ਮਿਲਦੀ ਪਈ ਆ, ਇੱਕ 5 ਮਿਲਦੀ ਪਈ ਆ। ਠੀਕ ਆ ਜੀ। ਇੱਕ 4 ਮਿਲਦੀ ਪਈ ਆ, ਇੱਕ 5 ਮਿਲਦੀ ਪਈ ਆ। 4 ਵਾਲਾ ਕੀ ਆ 4 ਇੰਟੂ ਡਿਸਟੈਂਸ ਕਿੰਨਾ ਆ, ਡਿਸਟੈਂਸ ਦੇਖ ਲੈਣਾ ਕਿੰਨਾ 4। ਹੁਣ ਕਿੰਨਾ ਡਿਸਟੈਂਸ ਸੀ ਤੋਂ ਦੇਖਣਾ ਡਿਸਟੈਂਸ ਕਿੰਨਾ ਆ, ਸੀ ਤੋਂ ਬੀ ਦਾ ਡਿਸਟੈਂਸ ਦੇਖਣਾ ਕਿੰਨਾ ਆ। ਠੀਕ ਆ ਜੀ। ਆਹ ਆਪਾਂ ਫਿਕਸ ਮੰਨ ਕੇ ਚੱਲਣਾ ਆ ਸੀ ਪੁਆਇੰਟ ਨੂੰ। ਠੀਕ ਆ। ਸੀ ਤੋਂ ਬੀ ਤੱਕ ਡਿਸਟੈਂਸ ਕਿੰਨਾ ਦੇਖ ਲਓ 6 ਚੋਂ 2 ਮਾਈਨਸ ਕਰਤੇ 4 ਆ ਗਿਆ। ਠੀਕ ਆ। 4 ਇੰਟੂ 4 ਕਿੰਨਾ ਆ ਗਿਆ 16। ਕਿੰਨਾ ਆ ਗਿਆ 4 ਇੰਟੂ 4 16। ਹੁਣ ਇਹਦੇ ਕਰਕੇ ਕੀ ਆ ਕਲੋਕਵਾਈਜ਼ ਐਂਟੀ ਕਲੋਕਵਾਈਜ਼ ਹੋ ਰਹੀ ਆ। ਐਂਟੀ ਕਲੋਕਵਾਈਜ਼ ਕੀ ਆਉਂਦੀ ਆ ਪਲੱਸ, ਐਂਟੀ ਕਲੋਕਵਾਈਜ਼ ਕੀ ਆਉਂਦੀ ਆ ਪਲੱਸ। ਠੀਕ ਆ। ਹੁਣ ਆ ਗਿਆ ਨੈਕਸਟ 5 ਕਰਕੇ ਕੀ ਹੋਣਾ ਆ ਇਹ ਕਲੋਕਵਾਈਜ਼ ਹੋ ਜਾਣਾ। ਠੀਕ ਆ ਜੀ ਬੀਮ। ਸੋ ਇਹ ਡਿਸਟੈਂਸ ਕਿੰਨਾ ਆ ਗਿਆ ਦੇਖੋ ਪਹਿਲਾਂ ਇਹ ਦੇਖ ਲਿਓ 5 ਕੀ ਆ ਫੋਰਸ, 5 ਕੀ ਆ ਫੋਰਸ ਤੇ ਡਿਸਟੈਂਸ ਕਿੰਨਾ ਇਹਦਾ 2। ਠੀਕ ਹੈ ਨਾ। 5 ਦਾ ਡਿਸਟੈਂਸ ਕਿੰਨਾ ਹੈ ਸੀ ਤੋਂ ਡਿਸਟੈਂਸ ਦੇਖਣਾ ਹਮੇਸ਼ਾ। ਜਿਸ ਪੁਆਇੰਟ ਦਾ ਆਪਾਂ ਬੈਂਡਿੰਗ ਮੂਵਮੈਂਟ ਕਰਦੇ ਉਸ ਪੁਆਇੰਟ ਤੋਂ ਹੀ ਲੈਣਾ ਆ। ਸੀ ਤੋਂ ਕਿੰਨਾ ਡਿਸਟੈਂਸ ਇਹਦਾ 2। ਠੀਕ ਹੈ ਜੀ। ਸੋ ਕਿੰਨਾ ਬਣ ਗਿਆ ਕਲੋਕਵਾਈਜ਼ ਆ। ਕਲੋਕਵਾਈਜ਼ ਕੀ ਹੁੰਦੀ ਹੈ ਨੈਗੇਟਿਵ ਹੁੰਦੀਆਂ -5 ਇੰਟੂ 2 ਕਿੰਨਾ ਬਣ ਗਿਆ 10। ਠੀਕ ਆ ਜੀ। ਸੋ ਕਿੰਨਾ ਬਣ ਗਿਆ 10। ਸੋ 16 ਚੋਂ 10 ਮਾਈਨਸ ਕੀਤੇ ਕਿੰਨਾ ਬਣ ਗਿਆ 6। ਸੋ ਆਨਸਰ ਇਜ਼ ਥੱਲੇ ਦੇਖ ਲਓ ਚੈੱਕ ਕਰੋ ਆਨਸਰ ਕਿੰਨਾ ਥੱਲੇ 6 ਕਿਲੋ ਨਿਊਟਨ ਮੀਟਰ। ਠੀਕ ਆ। ਸੋ ਪੁਆਇੰਟ ਏ 'ਤੇ ਕੱਢਾਂਗੇ। ਪੁਆਇੰਟ ਏ 'ਤੇ ਕੀ ਮਿਲੂਗਾ ਸਾਨੂੰ। ਠੀਕ ਆ। ਪੁਆਇੰਟ ਏ 'ਤੇ ਕਰਕੇ ਦੇਖ ਲਓ। ਹੁਣ ਪੁਆਇੰਟ ਏ 'ਤੇ ਕਰਾਂਗੇ ਤਾਂ ਕੀ ਬਣ ਜਾਏਗਾ ਦੇਖੋ ਇੱਧਰ ਬਣ ਗਿਆ 4 ਇੰਟੂ 6 24 ਪੋਜ਼ੀਟਿਵ। ਠੀਕ ਆ। ਫਿਰ ਉੱਪਰ ਕਲੋਕਵਾਈਜ਼ ਨੈਗੇਟਿਵ ਬਣਨਾ ਹੈ ਕਿੰਨਾ ਬਣ ਗਿਆ 4 ਇੰਟੂ 5 ਇੱਥੋਂ ਕੱਢਣਾ ਨਾ ਇੱਥੋਂ 5 ਦਾ ਡਿਸਟੈਂਸ ਕਿੰਨਾ 4। ਸੋ 4 ਇੰਟੂ 5 ਕਿੰਨਾ ਬਣ ਗਿਆ 20। ਫਿਰ 2 ਇੰਟੂ 2 ਕਿੰਨਾ ਬਣ ਗਿਆ 24 ਮਾਈਨਸ 20 ਮਾਈਨਸ 2 ਇੰਟੂ 2 ਕਿੰਨਾ ਬਣ ਗਿਆ 4 ਸੌਰੀ
2 इंटू 2 कितना बन गया 4, सो कितना बन गया -4। फिर दोबारा तो लिख देना मैं +24 -20 -4, ठीक है जी। आ कैंसल आउट हो गए विच इज़ इक्वल टू 0, ठीक है। सो तुहाडा एग्जैक्टली कितना आ गया इत्थे 0। रैफरेंस दोनों के की आ, पॉइंट ए ते भी 0 आ जाना, पॉइंट बी ते भी 0, स्टार्टिंग भी 0 तो होनी, एंड भी 0 तो होनी, ठीक है जी। इस तरीके के नाल आपां फाइंड आउट कर सकते हैं, ठीक है। देखो बेटा मैं राइट हैंड साइड तो ही किया सारा न्यूमेरिकल, लैफ्ट हैंड साइड तो ਤੁਹਾਡੇ साइन कन्वेंशन चेंज हो जाएंगे, ठीक है। राइट हैंड साइड तो किया आ, सारे आंसर ਤੁਹਾਡੇ सिमिलर ही आ रहे हैं, ठीक है। सो ਆਪਾਂ ਇਹ ਨਹੀਂ ਕਹਿ ਸਕਦੇ ਕਿ ਲੈਫਟ ਹੈਂਡ ਸਾਈਡ ਤੋਂ ਆਨਸਰ ਕੁਝ ਹੋਰ ਆਣਗੇ, ਰਾਈਟ ਹੈਂਡ ਸਾਈਡ ਤੋਂ ਕੁਝ ਹੋਰ ਆਣਗੇ। ਸਾਈਨ ਕਨਵੈਂਸ਼ਨਸ ਚੇਂਜ ਹੋਣ ਕਰਕੇ ਆਨਸਰ ਤੁਹਾਡੇ ਸਿਮਿਲਰ ਹੀ ਆਣਗੇ, ਠੀਕ ਹੈ ਜੀ, ਭਾਵੇਂ ਕਰਕੇ ਦੇਖ ਲਿਓ, ਠੀਕ ਆ। ਬਸ ਇਦਾਂ ਹੀ ਆਪਾਂ ਨਿਊਮੈਰੀਕਲ ਨੂੰ ਯੂਡੀਐਲ ਦੇ ਕੇਸ ਦਾ ਕਰਨਾ ਆ, ਠੀਕ ਆ। ਸਿਮਿਲਰਲੀ ਪਹਿਲਾਂ ਰਿਐਕਸ਼ਨਸ ਕੱਢਾਂਗੇ, ਫਿਰ ਯੂਡੀਐਲ ਜਿੱਦਾਂ ਆਪਾਂ ਫਾਈਂਡ ਆਊਟ ਕਰਦੇ ਹਾਂ ਉਹਨੂੰ ਯੂਡੀਐਲ ਨੂੰ ਕਨਵਰਟ ਕਰਾਂਗੇ ਪੁਆਇੰਟ ਲੋਡ ਦੇ ਵਿੱਚ, ਠੀਕ ਆ ਜੀ। ਫਿਰ ਉਸ ਤੋਂ ਬਾਅਦ ਆਪਾਂ ਉਹ ਨਿਊਮੈਰੀਕਲ ਜਿਸ ਤਰ੍ਹਾਂ ਆਪਾਂ ਕਰਦੇ ਆ ਰਹੇ ਹਾਂ, ਠੀਕ ਆ, ਕੈਂਟੀਲੀਵਰ ਬੀਮ ਦੇ ਕੇਸ ਦੇ ਵਿੱਚ ਉਸ ਤਰ੍ਹਾਂ ਹੀ ਆਪਾਂ ਸੋਲਵ ਕਰਾਂਗੇ, ਠੀਕ ਆ। ਸੋ ਇਸ ਤਰ੍ਹਾਂ ਸ਼ੇਅਰ ਫੋਰਸ ਤੇ ਬੈਂਡਿੰਗ ਮੂਵਮੈਂਟ ਡਾਇਗ੍ਰਾਮ ਬਣਾਵਾਂਗੇ, ਠੀਕ ਆ ਜੀ। ਸੋ ਇਹ ਸੀਗਾ ਤੁਹਾਡਾ ਚੈਪਟਰ, ਠੀਕ ਆ। ਇਹ ਨਿਊਮੈਰੀਕਲ ਤੁਸੀਂ ਉਹਨੂੰ ਸੋਲਵ ਕਰਕੇ ਦੇਖ ਲਿਓ, ਇੱਕ ਯੂਡੀਐਲ ਵਾਲਾ ਨਿਊਮੈਰੀਕਲ ਵੀ ਕਰਕੇ ਦੇਖ ਲਿਓ, ਠੀਕ ਆ ਜੀ। ਮੈਂ ਤੁਹਾਨੂੰ ਥੋੜ੍ਹੀ ਐਗਜ਼ਾਮਪਲ ਵੀ ਦੇ ਦਾਂਗਾ ਅਤੇ ਉਹਨਾਂ ਨੂੰ ਤੁਸੀਂ ਇੱਕ ਵਾਰੀ ਸੋਲਵ ਕਰਕੇ ਦੇਖ ਲਿਓ, ਅਤੇ ਬਾਕੀ ਆਪਾਂ ਨੈਕਸਟ ਟਾਈਮ ਕਲਾਸ ਦੇ ਵਿੱਚ ਡਿਸਕਸ ਕਰਾਂਗੇ, ਠੀਕ ਆ ਜੀ। ਓਕੇ, ਥੈਂਕ ਯੂ।